ITI सरकारी ਜਿਹੜੀਆਂ ਤਕਰੀਬਨ 23 ਨੇ ਉਹ ਬੰਦ ਹੋਣ ਦੀ ਕਗਾਰ ਤੇ ਨਹੀਂ ਬੰਦ ਹੋ ਗਈਆਂ ਕਹਿ ਸਕਦੇ ਆ। ਅਜਿਹੀ ਕਿਹੜੀ ਗੱਲ ਹੋ ਗਈ ਕਿ ਸਰਕਾਰੀ ITI ਦਾ ਧਿਆਨ ਨਹੀਂ ਕਰ ਰਹੀ ਪੰਜਾਬ ਸਰਕਾਰ? ਬੜੇ ਸ਼ਰਮ ਦੀ ਗੱਲ ਹੈ, ਮੈਨੂੰ ਇਹ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ ਪੰਜਾਬ ਦਾ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ ਡਿਪਾਰਟਮੈਂਟ ਹੈ, ਉਸ ਦੇ ਜਿਹੜੇ ਉੱਚ ਅਧਿਕਾਰੀ ਨੇ, ਉਸ ਦੇ ਜਿਹੜੇ ਅਫਸਰ ਨੇ, ਉਹਨਾਂ ਦੇ ਵਿੱਚ ਕਰਪਸ਼ਨ ਇਸ ਕਦਰ ਫੈਲ ਚੁੱਕੀ ਹੈ ਕਿ ਨਾ ਤਾਂ ਕੋਈ ਅੱਜ ਤੱਕ ਇੰਸਟ੍ਰਕਟਰ ਦੀ ਭਰਤੀ ਕਰੀ ਗਈ ਹੈ। ਤੇ ਐਡੀਸ਼ਨਲ ਡਾਇਰੈਕਟਰ ਤਾਂ ਇਹ ਕਹਿ ਦਿੰਦੇ ਆ ਕਿ ਸਾਰਾ ਕੁਝ ਠੀਕ ਚੱਲ ਰਿਹਾ, ਥੋੜਾ ਬਹੁਤਾ ਫੰਡਾਂ ਦੀ ਘਾਟ ਹੈ, ਬਾਕੀ ਅਸੀਂ ਸਾਰਾ ਕੁਝ ਸਮੂਥਲੀ ਚਲਾ ਰਹੇ ਹਾਂ। ਜਿਹੜੀਆਂ ITI ਦੀਆਂ ਜਿਹੜੀਆਂ ਸੰਸਥਾਵਾਂ ਉਹ ਖੰਡਰ ਬਣਦੀਆਂ ਜਾ ਰਹੀਆਂ, ਉਹਨਾਂ ਦੇ ਦਰਵਾਜ਼ੇ ਗਲ ਗਏ, ਉਹਨਾਂ ਦੇ ਬਾਥਰੂਮ ਟੁੱਟੇ ਪਏ ਆ, ਲੋਕ ਲੱਗੇ ਹੋਏ, ਬੱਚੇ ਆਉਂਦੇ ਨੇ। ਬੱਚੇ ਤਾਂ ਹੀ ਦਾਖਲ ਹੋਣ ਨਾ ਜੀ, ਜੇ ਬੱਚਿਆਂ ਨੂੰ ਉਹਨਾਂ ਨੂੰ ਦੇਖੇ ਕੁਝ ਕਿ ਹਾਂ ਸਾਨੂੰ ਟ੍ਰੇਨਿੰਗ ਇੱਥੇ ਹੋ ਸਕਦੀ ਹੈ ਜਾਂ ਖੁੱਲ੍ਹਾ ਹੈ, ਇੱਥੇ ਕੋਈ ਇੰਸਟ੍ਰਕਟਰ ਪੜ੍ਹਾਉਣ ਵਾਲਾ ਹੈ। ਸਿੱਖਿਆ ਮੰਤਰੀ ਜਿਹੜੇ ਹੈਗੇ ਆਪਣੇ ਇਸੇ ਮਹਿਕਮੇ ਦੇ, ਉਹ ਤਾਂ ਹਰਜੋਤ ਸਿੰਘ ਬੈਂਸ ਇਹ ਦਾਅਵਾ ਕਰਦੇ ਆ ਕਿ ਕ੍ਰਾਂਤੀ ਅਸੀਂ ਲੈ ਕੇ ਆਏ ਹਾਂ ਸਿੱਖਿਆ ਦੇ ਖੇਤਰ 'ਚ, ਪਹਿਲਾਂ ਤਾਂ ਬਸ ਬੁੱਤਾ ਸਾਰਿਆ ਜਾ ਰਿਹਾ ਸੀ। ਮੌਜੂਦਾ ਹਕੂਮਤ ਦੇ ਚੁਟਕਲਿਆਂ ਦੇ ਵਿੱਚ ਹਾਸਾ ਤਾਂ ਹੈ, ਪਰ ਮੌਜੂਦਾ ਸਰਕਾਰ ਦੇ ਦਾਅਵਿਆਂ ਦੇ ਵਿੱਚ ਸੱਚਾਈ ਕੋਈ ਨਹੀਂ ਹੈ। ਗਰੀਬ ਘਰਾਂ ਦੇ ਜਿਹੜੇ ਬੱਚੇ, ਜਿਹੜੇ ਪਰਿਵਾਰ ਡਿਗਰੀ ਨਹੀਂ ਕਰਵਾ ਸਕਦੇ, ਡਿਪਲੋਮਾ ਨਹੀਂ ਕਰਵਾ ਸਕਦੇ, ਉਹ ਮੱਧ ਵਰਗੀ ਪਰਿਵਾਰ, ਗਰੀਬ ਪਰਿਵਾਰਾਂ ਦੇ ਬੱਚੇ ਉਹ ITI ਦੇ ਵੱਲ ਰੁੱਖ ਕਰਦੇ ਆ। ਜਦੋਂ ITI ਦੇ ਵਿੱਚ ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ, ਉਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ, ਉਹ ਜਵਾਨੀ ਤਾਂ ਤਬਾਹ ਹੋਣ ਦੇ ਕੰਢੇ ਹੈ। ਪੰਜਾਬ 'ਚ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਹੈ, ਸਾਰੇ ਪਾਸੇ ਵਾਰੇ ਨਿਆਰੇ ਹੋ ਜਾਣੇ ਨੇ, ਇਸ ਗੱਲ ਦਾ ਦਾਅਵਾ ਪੰਜਾਬ ਸਰਕਾਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਰਦੀ ਆਈ ਹੈ। ਪਰ ਮੰਦੜਾ ਹਾਲ ਕੀ ਹੈ, ਜ਼ਮੀਨੀ ਹਕੀਕਤ ਕੀ ਹੈ? ITI ਸਰਕਾਰੀ ਜਿਹੜੀਆਂ ਤਕਰੀਬਨ 23 ਨੇ ਉਹ ਬੰਦ ਹੋਣ ਦੀ ਕਗਾਰ ਤੇ ਨਹੀਂ ਬੰਦ ਹੋ ਗਈਆਂ ਕਹਿ ਸਕਦੇ ਆ। ਉੱਥੇ ਨਾ ਤਾਂ ਅਸਾਮੀਆਂ ਪੂਰੀਆਂ ਨੇ ਤੇ ਹੋਰ ਕਿਹੜੀਆਂ ਵਿਪਤਾਵਾਂ ਨੇ, ਕਿਹੜੀਆਂ ਸਮੱਸਿਆਵਾਂ ਨੇ, ਇਸ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ, ਕਿਉਂਕਿ ਦਲੇਰੀ ਦੇ ਨਾਲ ਇਸ ਮੁੱਦੇ ਨੂੰ ਚੁੱਕਦੇ ਨੇ ਜਿਹੜੇ ਕਿ ਸਰਕਾਰੀ ITI ਇੰਪਲਾਈਜ਼ ਯੂਨੀਅਨ ਦੇ ਪੰਜਾਬ ਪ੍ਰਧਾਨ ਨੇ ਸ਼ਮਸ਼ੇਰ ਪੁਰਖਿਆਲਵੀ, ਉਹ ਸਾਡੇ ਨਾਲ ਨੇ। ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਉਹ ਮੁੱਦਾ ਜਿਹੜਾ ਉਹਨਾਂ ਨੇ ਚੁੱਕਿਆ, ਚੁੱਕਣ ਦੀ ਲੋੜ ਕਿਉਂ ਪਈ, ਕੀ ਸਰਕਾਰ ਸਹੀ ਕੰਮ ਨਹੀਂ ਕਰ ਰਹੀ? ਪੁਰਖਿਆਲਵੀ ਸਾਹਿਬ, ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਤੌਰ ਪ੍ਰਿੰਸੀਪਲ ਵੀ ਕੰਮ ਕੀਤਾ, ਹਾਲੇ ਵੀ ਸੇਵਾਵਾਂ ਦੇ ਰਹੇ ਹੋ, ਅਜਿਹੀ ਕਿਹੜੀ ਗੱਲ ਹੋ ਗਈ ਕਿ ਸਰਕਾਰੀ ITI ਦਾ ਧਿਆਨ ਨਹੀਂ ਕਰ ਰਹੀ ਪੰਜਾਬ ਸਰਕਾਰ? ਦੇਖੋ, ਮੌਜੂਦਾ ਪੰਜਾਬ ਦੀ ਹਕੂਮਤ ਜਿਹੜੀ ਹੈ ਉਹ ਸੱਤਾ ਦੇ ਵਿੱਚ ਇਸ ਗਰਾਊਂਡ ਦੇ ਉੱਤੇ ਹੀ ਆਈ ਸੀ ਕਿ ਉਹ ਸਿੱਖਿਆ ਤੇ ਹੈਲਥ ਦੀ ਜਿਹੜੀ ਮਿਆਰ ਹੈ ਉਹਨੂੰ ਬਿਹਤਰ ਬਣਾਉਣ ਦੇ ਲਈ ਉਹ ਵਚਨਬੱਧਤਾ ਉਹਨਾਂ ਨੇ ਪ੍ਰਗਟਾਈ ਸੀ ਪੰਜਾਬ ਦੇ ਲੋਕਾਂ ਦੇ ਨਾਲ। ਪਰ ਬੜੇ ਸ਼ਰਮ ਦੀ ਗੱਲ ਹੈ, ਮੈਨੂੰ ਇਹ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ ਪੰਜਾਬ ਦਾ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ ਡਿਪਾਰਟਮੈਂਟ ਹੈ, ਉਸ ਦੇ ਜਿਹੜੇ ਉੱਚ ਅਧਿਕਾਰੀ ਨੇ, ਉਸ ਦੇ ਜਿਹੜੇ ਅਫਸਰ ਨੇ, ਉਹਨਾਂ ਦੇ ਵਿੱਚ ਕਰਪਸ਼ਨ ਇਸ ਕਦਰ ਫੈਲ ਚੁੱਕੀ ਹੈ, ਜਾਂ ਉਹਨਾਂ ਦੀ ਆਪੋ ਧਾਪੀ ਜਾਂ ਉਹਨਾਂ ਦੀ ਆਪਣੀ ਨਿੱਜੀ ਲਾਲਸਾਵਾਂ ਦਾ ਇੰਨਾ ਉਹਨਾਂ ਦੇ ਦਿਲ ਦੇ ਵਿੱਚ ਘਰ ਕਰ ਚੁੱਕਿਆ ਹੈ ਕਿ ਉਹ ਪੰਜਾਬ ਦੀ ਜਵਾਨੀ ਦੇ ਨਾਲ ਖਿਲਵਾੜ ਕਰਨ ਤੋਂ ਗੁਰੇਜ਼ ਨਹੀਂ ਕਰ ਰਿਹਾ। ਔਰ ਮੈਨੂੰ ਇਹ ਗੱਲ ਵੀ ਬੜੇ ਮੈਂ ਦਾਅਵੇ ਨਾਲ ਕਹਿ ਰਿਹਾ ਕਿ ਇਸ ਡਿਪਾਰਟਮੈਂਟ ਦੇ ਜਿਹੜੇ ਉੱਚ ਅਧਿਕਾਰੀ ਨੇ, ਇਹ ਸਰਕਾਰ ਨੂੰ ਵੀ ਗੁੰਮਰਾਹ ਕਰਕੇ ਔਰ ਜਿਹੜੇ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਕੇ ਸਿਰਫ ਆਪਣੀਆਂ ਜੇਬਾਂ ਭਰਨ ਦੇ ਵਿੱਚ ਲੱਗੇ ਹੋਏ ਆ। ਇਹ ਡਿਪਾਰਟਮੈਂਟ ਦੀ ਇੰਨੀ ਬਦਹਾਲੀ ਹੈ, ਇਸ ਡਿਪਾਰਟਮੈਂਟ ਦੇ ਵਿੱਚ ਪੰਜਾਬ ਦੇ ਵਿੱਚ ਚੱਲ ਰਹੀਆਂ 140 ਦੇ ਕਰੀਬ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਦਾ ਇੰਨਾ ਮੰਦੜਾ ਹਾਲ ਹੈ ਕਿ ਜਿਹਦੇ ਵਿੱਚ 70% ਦੇ ਕਰੀਬ ਜਿਹੜੀਆਂ ਅਸਾਮੀਆਂ, ਜਿਹੜਾ ਟੈਕਨੀਕਲ ਐਜੂਕੇਸ਼ਨ ਦੇਣ ਵਾਸਤੇ ਜਿਹੜੇ ਇੰਸਟ੍ਰਕਟਰ ਭਰਤੀ ਕੀਤੇ ਜਾਂਦੇ ਆ, ਉਹਨਾਂ ਦੀ ਭਰਤੀ ਨਹੀਂ ਹੋਈ। ਮੀਨਸ ਕਿ 70% ਸੀਟਾਂ ਖਾਲੀ ਪਈਆਂ ਨੇ। ਮਤਲਬ ਮਾੜਾ ਹਾਲ ਹੈ, ਕੋਈ ਕਹਿ ਨਹੀਂ ਸਕਦੇ ਵੀ ਇਹਦਾ ਕੋਈ ਕੁਝ ਕਿਹਾ ਹੀ ਨਹੀਂ ਜਾ ਸਕਦਾ। ਇਸ ਪੰਜਾਬ ਦੇ ਵਿੱਚ ਤਾਂ ਸੈਂਕੜੇ ਤੋਂ ਵੱਧ ਗਿਣਤੀ ਸੀ ਇਹਨਾਂ ITI ਸੰਸਥਾਵਾਂ ਦੀ, ਜਿਹੜੀਆਂ 23 ਸੰਸਥਾਵਾਂ ਦੀ ਬੰਦ ਹੋਣ ਦੀ ਤੁਸੀਂ ਗੱਲ ਕਰਦੇ ਹੋ। ਕੀ ਉੱਥੇ ਆਉਂਦਾ ਜਾਂਦਾ ਕੋਈ ਨਹੀਂ, ਵਿਦਿਆਰਥੀਆਂ ਦਾ ਐਡਮਿਸ਼ਨ ਦਾਖਲਾ ਹੀ ਕੋਈ ਨਹੀਂ? ਦੇਖੋ, ਇਸ ਤਰ੍ਹਾਂ ਹੈ ਕਿ 117 ਤਾਂ ਪਹਿਲਾਂ ਬੜੇ ਲੰਮੇ ਸਮੇਂ ਤੋਂ 60-70 ਤੋਂ ਜਿਹੜੀਆਂ ਇਹ ਰਨਿੰਗ ਹੈਗੀਆਂ, ਜਿਹੜੀਆਂ 117 ITIs ਹੈਗੀਆਂ, 23 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਕੈਪਟਨ ਸਰਕਾਰ ਵੇਲੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪੇਂਡੂ ਇਲਾਕੇ ਨਾਲ ਸੰਬੰਧ ਰੱਖਣ ਵਾਲੇ ਨੌਜਵਾਨੀ ਨੂੰ ਕਿੱਤਾ ਮੁਖੀ ਕੋਰਸ ਕਰਵਾਉਣ ਵਾਸਤੇ, ਜਿਹੜੇ ਵੱਖ-ਵੱਖ ਕਿੱਤਾ ਮੁਖੀ ਕੋਰਸ ਕਰਵਾਉਣ ਵਾਸਤੇ ਖੋਲ੍ਹੀਆਂ ਗਈਆਂ ਸੀ, ਜਿਨ੍ਹਾਂ ਦੀਆਂ ਕਰੋੜਾਂ ਰੁਪਈਆ ਲਗਾ ਕੇ ਬਿਲਡਿੰਗਾਂ ਬਣਾ ਦਿੱਤੀਆਂ ਗਈਆਂ। ਤੇ ਉਹ ਬਿਲਡਿੰਗਾਂ ਦੇ ਵਿੱਚ ਨਾ ਤਾਂ ਕੋਈ ਅੱਜ ਤੱਕ ਇੰਸਟ੍ਰਕਟਰ ਦੀ ਭਰਤੀ ਕਰੀ ਗਈ ਹੈ ਜਿਹੜਾ ਉਹ ਟ੍ਰੇਨਿੰਗ ਕਰਵਾ ਸਕੇ, ਨਾ ਉੱਥੇ ਕਿਸੇ ਕਲੈਰੀਕਲ ਮਿਨਿਸਟਰੀਅਲ ਸਟਾਫ ਦੀ ਭਰਤੀ ਕੀਤੀ, ਨਾ ਉੱਥੇ ਕਿਸੇ ਕਲਾਸ 4 ਦੀ ਭਰਤੀ ਕੀਤੀ, ਨਾ ਉੱਥੇ ਕੋਈ ਟੂਲ ਖਰੀਦਿਆ ਗਿਆ, ਨਾ ਕੋਈ ਮਸ਼ੀਨਰੀ ਖਰੀਦੀ ਗਈ, ਨਾ ਕੋਈ ਇਕਵਿਪਮੈਂਟ ਖਰੀਦਿਆ ਗਿਆ, ਨਾ ਕੋਈ ਇਨਫਰਾਸਟ੍ਰਕਚਰ ਉਹਨਾਂ ਦੇ ਲਈ ਪੈਦਾ ਕੀਤਾ ਗਿਆ। ਇਸ ਕਾਰਨ ਜਿਹੜੇ ਉਹ ਬੱਚੇ ਦਾਖਲ ਹੁੰਦੇ ਆ, ਪਹਿਲੀ ਗੱਲ ਤਾਂ ਬਹੁਤ ਘੱਟ ਆਉਂਦੇ ਆ, ਕਿਉਂਕਿ ਬੱਚਿਆਂ ਨੂੰ ਪਤਾ ਕਿ ਸਾਡਾ ਜਿਹੜਾ ਭਵਿੱਖ ਹੈ ਇੱਥੇ ਜਿਹੜਾ ਤਬਾਹ ਹੋਣਾ, ਇੱਥੇ ਖਰਾਬ ਹੀ ਹੋਣਾ। ਇਸ ਕਦਰ ਉਹਨਾਂ ਦਾ ਜਿਹੜਾ ਰੁੱਖ ਹੈ ਉਹ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ
ਸੰਸਥਾਵਾਂ ਵੱਲ ਨਹੀਂ ਹੈ। ਜਿਹੜੇ ਆਉਂਦੇ ਵੀ ਨੇ ਉਹ ਬੈਠ ਕੇ ਮੁੜ ਜਾਂਦੇ ਨੇ। ਹਾਲਾਤ ਇੱਥੋਂ ਤੱਕ ਨੇ ਕਿ ਜਿਹੜੇ ਬੱਚੇ ਭਰਤੀ ਵੀ ਹੁੰਦੇ ਨੇ ਬਿਨਾਂ ਇੰਸਟ੍ਰਕਟਰ ਤੋਂ, ਬਿਨਾਂ ਟ੍ਰੇਨਿੰਗ ਕਰਾਇਆ, ਬਿਨਾਂ ਹਾਜ਼ਰੀ ਲਗਾਇਆ, ਬਿਨਾਂ ਉਹਨਾਂ ਨੂੰ ਕੁਝ ਕਰਵਾਇਆ, ਫਰਜ਼ੇਵਾੜੀ ਦੇ ਰਾਹੀਂ ਇਹ ਜਿਹੜੀ ਸਰਕਾਰ ਦੇ ਉੱਚ ਅਧਿਕਾਰੀ ਹੈ, ਇਸ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਉਹਨਾਂ ਨੂੰ ਜਿਹੜਾ ਕੋਰਸ ਦੇ ਵਿੱਚ ਪਾਸ ਵੀ ਕਰਵਾ ਕੇ ਉਹਨਾਂ ਨੂੰ ਸਰਟੀਫਿਕੇਟ ਹੱਥ 'ਚ ਫੜਾ ਦਿੱਤਾ ਜਾਂਦਾ ਹੈ। ਉਹ ਸਰਟੀਫਿਕੇਟ ਲੈ ਕੇ ਹੱਥਾਂ ਦੇ ਵਿੱਚ ਘੁੰਮਦੇ ਫਿਰਦੇ ਆ, ਉਹਨਾਂ ਦੀ ਕੋਈ ਸੁਣਵਾਈ ਨਹੀਂ, ਕਿਉਂਕਿ ਉਹ ਕਾਬਿਲ ਬਣੇ ਹੀ ਨਹੀਂ। ਕਿਉਂਕਿ ਇਹ ਵੱਲ ਮੈਂ ਵਿਸ਼ੇਸ਼ ਤੌਰ ਤੇ ਕਹਿਣਾ ਚਾਹੂੰਗਾ, ਸਰਕਾਰ ਕੋਲੇ ਦੇਣ ਵਾਸਤੇ ਰੁਜ਼ਗਾਰ ਨਹੀਂ, ਸਰਕਾਰੀ ਨੌਕਰੀਆਂ ਨਹੀਂ, ਪਰ ਇਹ ਗੱਲ ਵੀ ਜਿਹੜੀ ਬਿਲਕੁਲ ਪ੍ਰਤੱਖ ਹੈਗੀ ਹੈ, ਜੇ ਬੱਚਾ ਇਮਾਨਦਾਰੀ ਨਾਲ ਆਪਣੇ ਇਹ ITI ਦਾ ਕੋਰਸ ਸਾਲ ਦਾ ਜਾਂ 2 ਸਾਲ ਦਾ ਕੋਰਸ ਕਰਨ ਦਾ, ਬਹੁਤ ਸਾਰੇ ਲਾਹੇਵੰਦ ਕੋਰਸਿਸ ਨੇ ਬੱਚਿਆਂ ਵਾਸਤੇ, ਮੁੰਡੇ ਕੁੜੀਆਂ ਵਾਸਤੇ, ਚਾਹੇ ਉਹ ਡਰਾਫਟਸਮੈਨ ਸਿਵਲ ਹੈ, ਡਰਾਫਟਸਮੈਨ ਮਕੈਨੀਕਲ ਹੈ, ਕੰਪਿਊਟਰ ਪ੍ਰੋਗਰਾਮਿੰਗ ਹੈਗਾ, ਇਲੈਕਟ੍ਰੋਨਿਕਸ ਮਕੈਨਿਕ ਹੈ, ਸਰਵੇਅਰ ਹੈ, ਪਲੰਬਰ ਹੈ, ਮਸ਼ੀਨਿਸਟ ਹੈ, ਮੋਟਰ ਮਕੈਨਿਕ ਹੈ, ਟਰੈਕਟਰ ਮਕੈਨਿਕ ਹੈ, ਸਿਲਾਈ ਕਢਾਈ ਹੈ, ਬਿਊਟੀ ਪਾਰਲਰ ਹੈ, ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਕੋਰਸਿਸ ਹੈਗੇ ਆ। ਕੋਰਸ ਕਰਕੇ ਤਾਂ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਆ ਵਿਦਿਆਰਥੀ, ਉਹਨਾਂ ਦੇ ਵੀ ਕੰਮ ਆ ਸਕਦਾ ਹੈ। ਦੇਖੋ ਜੀ, ਵਿਦੇਸ਼ ਜਾਣ ਵਾਸਤੇ ਵੀ ਕੰਮ ਆ ਸਕਦਾ, ਬਟ ਇਹ ਹੈ ਕਿ ਜਿਹੜੇ ਵਿਦੇਸ਼ ਵੀ ਨਹੀਂ ਜਾ ਸਕਦੇ, ਜਿਹੜੇ ਸਰਕਾਰੀ ਨੌਕਰੀ ਵੀ ਪ੍ਰਾਪਤ ਨਹੀਂ ਕਰ ਸਕਦੇ, ਉਹਨਾਂ ਵਾਸਤੇ ਬਹੁਤ ਅੱਛੀ ਓਪਰਚੁਨਿਟੀ ਹੁੰਦੀ ਹੈ ਕਿ ਉਹ ਕੋਰਸ ਨੂੰ ਸਫਲਤਾਪੂਰਵਕ ਕਰਕੇ ਬਾਹਰ ਸਹੀ ਮਹੀਨਿਆਂ ਦੇ ਵਿੱਚ ਫੀਲਡ ਦੇ ਵਿੱਚ ਟ੍ਰੇਨਿੰਗ ਸਾਲ 6 ਮਹੀਨੇ ਦੀ ਕਰਕੇ ਉਹ ਆਪਣਾ ਰੁਜ਼ਗਾਰ ਖੋਲ੍ਹ ਸਕਦਾ ਹੈ। ਜੇ ਨਹੀਂ ਵੀ ਉਹਦੇ ਕੋਲ ਕੋਈ ਪੈਸਾ, ਆਰਥਿਕ ਉਹਦੀ ਹਾਲਾਤ ਇੰਨੇ ਸਹੀ ਨਾ ਵੀ ਹੋਣ, ਤਾਂ ਵੀ ਉਹ ਕਿਸੇ ਵੀ ਦੁਕਾਨ ਦੇ, ਕਿਸੇ ਵੀ ਫੈਕਟਰੀ ਦੇ ਵਿੱਚ ਲੱਗ ਕੇ ਉਹ 15-20 ਹਜ਼ਾਰ ਰੁਪਏ ਦੀ ਸਹਿਜੇ ਜਿਹੜਾ ਉਹ ਆਪਣੀ ਸੈਲਰੀ, ਜਿਹੜੀ ਆਪਣੀ ਤਨਖਾਹ ਲੈ ਕੇ ਆਪਣੇ ਪਰਿਵਾਰ ਦਾ ਤੇ ਆਪਣਾ ਗੁਜ਼ਰ ਬਸਰ ਸਹੀ ਢੰਗ ਨਾਲ ਕਰ ਸਕਦਾ ਹੈ। ਤੁਸੀਂ ਜਿਹੜੀਆਂ ਬੰਦ ਪਈਆਂ 23 ITI ਸੰਸਥਾਵਾਂ ਦੀ ਗੱਲ ਕਰਦੇ ਹੋ, ਮੁੱਦਾ ਪਿਛਲੇ ਦਿਨ ਹੀ ਚੁੱਕਿਆ, ਉਹ ਜਦੋਂ ਸੁਰਖੀਆਂ ਬਣਦਾ ਹੈ ਮੀਡੀਆ ਦੇ ਅੰਦਰ, ਤੇ ਉਦੋਂ ਦੇ ਐਡੀਸ਼ਨਲ ਡਾਇਰੈਕਟਰ ਤਾਂ ਇਹ ਕਹਿ ਦਿੰਦੇ ਆ ਇਹ ਸਾਰਾ ਕੁਝ ਠੀਕ ਚੱਲ ਰਿਹਾ, ਥੋੜਾ ਬਹੁਤਾ ਫੰਡਾਂ ਦੀ ਘਾਟ ਹੈ, ਬਾਕੀ ਅਸੀਂ ਸਾਰਾ ਕੁਝ ਸਮੂਥਲੀ ਚਲਾ ਰਹੇ ਹਾਂ। ਇਹ ਬਿਲਕੁਲ ਹੀ ਐਡੀਸ਼ਨਲ ਡਾਇਰੈਕਟਰ ਸਾਹਿਬ ਦਾ ਜਿਹੜਾ ਬਿਲਕੁਲ ਹੀ ਗੁੰਮਰਾਹਕੁੰਨ ਪ੍ਰਚਾਰ ਹੈ, ਜਿਹੜਾ ਇਹ ਬਿਆਨ ਹੈ, ਔਰ ਮੈਂ ਇਸ ਗੱਲ ਦੀ ਜਿਹੜੀ ਮੁਜੰਮਤ ਕਰਦਾ ਇਸ ਬਿਆਨ ਦੀ, ਕਿਉਂਕਿ ਤੁਸੀਂ ਆਪ ਗਰਾਊਂਡ ਦੀ ਜਿਹੜੀ ਹਕੀਕਤ ਹੈ, ਧਰਾਤਲ ਦੇ ਉੱਤੇ ਜਿਹੜਾ ਜਾ ਕੇ ਜੋ ਸਹੀ ਮਾਇਨੇ ਦੇ ਵਿੱਚ ਐਕਚੁਅਲ ਪੋਜੀਸ਼ਨ ਹੈ, ਉਹ ਤੁਸੀਂ ਜਾ ਕੇ ਦੇਖੋਗੇ, ਉੱਥੇ ਕੋਈ ਸਟਾਫ ਹੈ ਹੀ ਨਹੀਂ ਜੀ, ਕੋਈ ਸਟਾਫ ਹੀ ਨਹੀਂ ਹੈ, ਕੋਈ ਸਟਾਫ ਨਹੀਂ, ਇੱਕ ਵੀ ਸਟਾਫ ਨਹੀਂ। ਜਿਹੜੀਆਂ ITI ਦੀਆਂ ਜਿਹੜੀਆਂ ਸੰਸਥਾਵਾਂ ਉਹ ਖੰਡਰ ਬਣਦੀਆਂ ਜਾ ਰਹੀਆਂ, ਕਰੋੜਾਂ ਰੁਪਈਆਂ ਦੀਆਂ ਇਮਾਰਤਾਂ ਜਿਹੜੀਆਂ ਖੰਡਰ ਬਣਦੀਆਂ ਜਾ ਰਹੀਆਂ, ਉਹਨਾਂ ਦੇ ਦਰਵਾਜ਼ੇ ਗਲ ਗਏ, ਉਹਨਾਂ ਦੇ ਬਾਥਰੂਮ ਟੁੱਟੇ ਪਏ ਆ, ਲੋਕ ਲੱਗੇ ਹੋਏ, ਬੱਚੇ ਆਉਂਦੇ ਨੇ, ਬੱਚੇ ਤਾਂ ਹੀ ਦਾਖਲ ਹੋਣ ਨਾ ਜੀ, ਜੇ ਬੱਚਿਆਂ ਨੂੰ ਉਹਨਾਂ ਨੂੰ ਦੇਖੇ ਕੁਛ ਕਿ ਹਾਂ ਸਾਨੂੰ ਟ੍ਰੇਨਿੰਗ ਇੱਥੇ ਹੋ ਸਕਦੀ ਹੈ ਜਾਂ ਖੁੱਲ੍ਹਾ ਹੈ, ਇੱਥੇ ਕੋਈ ਇੰਸਟ੍ਰਕਟਰ ਪੜ੍ਹਾਉਣ ਵਾਲਾ ਹੈ। ਜਿੱਥੇ ਆ ਵੀ ਜਾਂਦੇ, ਜਿੱਥੇ ਧੱਕੇ ਨਾਲ ਮਾੜਾ ਮੋਟਾ ਕਿਸੇ ਦੇ ਕਰਾ ਵੀ ਲੈਂਦੇ ਆ, ਉਹਨਾਂ ਨੂੰ ਇਹ ਫਰਜ਼ੀ ਸਾਲ ਬਾਅਦ ਪੇਪਰ ਦਵਾ ਕੇ 2 ਸਾਲ ਬਾਅਦ ਮਤਲਬ ਉਹਨਾਂ ਨੂੰ ਨਕਲ ਮਰਵਾ ਕੇ ਕਹਿ ਲਓ, ਜਿਸ ਤਰ੍ਹਾਂ ਮਰਜ਼ੀ ਕਹਿ ਲਓ, ਉਹਨਾਂ ਨੂੰ ਸਰਟੀਫਿਕੇਟ ਉਹਨਾਂ ਦੇ ਹੱਥ ਦੇ ਕੇ ਤੋਰ ਦਿੰਦੇ ਆ, ਉਹਨਾਂ ਦੇ ਪੱਲੇ ਕੁਛ ਨਹੀਂ ਹੈਗਾ। ਹੁਣ ਤਾਜ਼ਾ ਕੀ ਭਰਤੀ ਕਰਨ ਦੀ, ਕਿਉਂਕਿ ਤੁਸੀਂ ਗੱਲ ਚੁੱਕ ਰਹੇ ਹੋ, ਉਹਨਾਂ ਨੇ ਗੱਲ ਤੋਰੀ ਹੈ ਕਿ ਭਰਤੀ ਅਸੀਂ ਕਰ ਦਿੰਦੇ ਹਾਂ ਤਾਂ ਕਿ ਲੋਕ ਜਿਹੜਾ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਸਕੇ। ਦੇਖੋ ਜੀ, ਜਿਹੜੀ ਜਥੇਬੰਦੀ ਹੈ ਗਵਰਨਮੈਂਟ ITI SC ਇੰਪਲਾਈਜ਼ ਯੂਨੀਅਨ ਪੰਜਾਬ, ਪਿਛਲੇ ਮੇਰਾ ਖਿਆਲ 2014 ਤੋਂ ਹੀ ਇਸ ਗੱਲ ਦੀ ਢੰਡੋਰਾ ਪਿੱਟਦੀ ਆ ਰਹੀ ਹੈ ਕਿ ਪਹਿਲਾਂ ਤਾਂ ਜਿਹੜੇ SPT ਜਿਹੜੇ ਸਰਵਿਸ ਪ੍ਰੋਵਾਈਡਰ ਭਰਤੀ ਕੀਤੇ ਸੀ ਮਹਿਕਮੇ ਨੇ 2010 ਦੇ ਵਿੱਚ, ਉਹਨਾਂ ਨੂੰ ਅਸੀਂ ਤਤਕਾਲੀ ਜਿਹੜੀ ਅਕਾਲੀ ਸਰਕਾਰ ਸੀ ਉਹਦੇ ਵਿੱਚ ਉਹਨਾਂ ਨੂੰ ਅਸੀਂ ਰੈਗੂਲਰ ਕਰਵਾਇਆ 2014 ਦੇ ਵਿੱਚ ਜਾ ਕੇ। 2014 ਤੋਂ ਹੀ ਅਸੀਂ ਜਿਹੜੀ ਮਹਿਕਮੇ ਦੇ ਵਿੱਚ ਇੰਸਟ੍ਰਕਟਰਾਂ ਦੀ ਘਾਟ ਹੈ ਜਾਂ ਕਲਾਸ 4 ਦੀ ਘਾਟ ਹੈ ਜਾਂ ਮਿਨਿਸਟਰੀਅਲ ਸਟਾਫ ਦੀ ਘਾਟ ਹੈ, ਉਹ ਸਮੇਂ-ਸਮੇਂ ਸਿਰ ਚੱਕ ਕੇ ਅਫਸਰਾਂ ਦੇ ਧਿਆਨ ਦੇ ਵਿੱਚ ਲਿਆ ਕੇ ਇਸ ਗੱਲ ਦੀ ਮੰਗ ਉਠਾਉਂਦੇ ਰਹੇ ਆ, ਜਿਹਦੀ ਬਦੌਲਤ ਡਿਪਾਰਟਮੈਂਟ ਦੇ ਵੱਲੋਂ 831 ਕਰਾਫਟਸਮੈਨ ਇੰਸਟ੍ਰਕਟਰਾਂ ਦੀ ਭਰਤੀ ਦੇ ਲਈ ਉਹ ਜਿਹੜਾ ਏਜੰਡਾ ਬਿਲਕੁਲ ਤਿਆਰ ਪਿਆ, ਉਹ ਜਿਹੜਾ ਖਾਕਾ ਬਿਲਕੁਲ ਤਿਆਰ ਪਿਆ, ਸਾਰਾ ਕੁਝ ਹੋਇਆ ਪਿਆ। ਮਹਿਕਮਾ ਪਤਾ ਨਹੀਂ, ਮੈਨੂੰ ਨਹੀਂ ਇਹ ਲੱਗਦਾ ਵੀ ਕਿਸ ਕਦਰ ਜਿਹੜਾ ਮਹਿਕਮਾ ਉਹਨਾਂ ਦੀ ਭਰਤੀ ਨਹੀਂ ਕਰ ਰਿਹਾ। 831 ਤਾਂ ਆਲਰੇਡੀ ਹੈਗਾ, ਜਿਹੜੇ ਪੁਰਾਣੀਆਂ ITIs ਹੈਗੀਆਂ ਉਹਨਾਂ ਦੇ ਘਾਟ ਨੂੰ ਪੂਰਾ ਕਰਨ ਦੇ ਲਈ 831 ਕਰਾਫਟਸਮੈਨ ਇੰਸਟ੍ਰਕਟਰਾਂ ਦੀਆਂ ਪੋਸਟਾਂ ਕ੍ਰੀਏਟ ਹੋਈਆਂ ਪਈਆਂ, ਉਸ ਦਾ ਸਾਰਾ ਏਜੰਡਾ ਤਿਆਰ ਹੋਇਆ ਪਿਆ। ਉਸ ਤੋਂ ਇਲਾਵਾ ਜਿਹੜੀਆਂ ਨਵੀਆਂ 23 ITIs ਖੁੱਲ੍ਹੀਆਂ, ਇਹਨਾਂ ਦਾ ਸਮੁੱਚਾ ਸਟਾਫ, ਹਰ ITI ਦੇ ਵਿੱਚ ਇੱਕ ਪ੍ਰਿੰਸੀਪਲ, ਹਰ ITI ਦੇ ਵਿੱਚ ਇੱਕ ਟ੍ਰੇਨਿੰਗ ਅਫਸਰ, ਹਰ ITI ਦੇ ਵਿੱਚ ਘੱਟੋ ਘੱਟ ਵੀ 5-6 ਇੰਸਟ੍ਰਕਟਰਸ, ਹਰ ITI ਦੇ ਵਿੱਚ ਇੱਕ ਆਫਿਸ ਸੁਪਰਡੈਂਟ, ਹਰ ITI ਦੇ ਵਿੱਚ 2 ਕਲਰਕ, ਹਰ ITI ਦੇ ਵਿੱਚ 2 ਜਿਹੜੇ ਕਲਾਸ 4 ਜਿਹੜੀ ਉਹ ਭਰਤੀ ਕੀਤੀ ਜਾਣੀ ਬਣਦੀ ਹੈ। ਉਹਨਾਂ ਦੀਆਂ ਵੀ ਜਦੋਂ ਅਸੀਂ ਇਸ ਗੱਲ ਦਾ ਰੌਲਾ ਪਾਇਆ ਤਾਂ ਉਹ ਐਡੀਸ਼ਨਲ ਡਾਇਰੈਕਟਰ ਸਾਹਿਬ ਨੇ ਇਸ ਗੱਲ ਦਾ ਜਿਹੜਾ ਤੱਥ ਰਹਿਤ ਜਿਹੜਾ ਬਿਆਨ ਦੇ ਕੇ ਸਰਕਾਰ ਨੂੰ ਵੀ ਗੁੰਮਰਾਹ ਕੀਤਾ ਔਰ ਲੋਕਾਂ ਨੂੰ ਵੀ ਗੁੰਮਰਾਹ ਕਰਨ ਦਾ ਯਤਨ ਕੀਤਾ। ਪਰ ਇਸ ਗੱਲ ਦੇ ਲਈ ਅਸੀਂ ਬਜਿੱਦ ਹੈਗੇ ਹਾਂ ਔਰ ਇਸ ਗੱਲ ਦੇ ਅਸੀਂ ਪਹਿਰਾ ਦੇ ਰਹੇ ਹਾਂ ਕਿ ਬਿਲਕੁਲ ਵੀ ਬਿਆਨ ਹਾਸੋਹੀਣ ਹੈ, ਕੋਈ ਭਰਤੀ ਨਹੀਂ ਨਾ ਹੋਈ ਹੈ ਤੇ ਨਾ ਇਹ ਕਰ ਰਹੇ ਹੈ। ਤੇ ਅਸੀਂ ਤੁਹਾਡੇ ਇਸ ਚੈਨਲ ਦੇ ਰਾਹੀਂ, ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਪੰਜਾਬ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਾਂਗੇ ਕਿ ਜਿਹੜੀ 831 ਇੰਸਟ੍ਰਕਟਰਾਂ ਦੀ ਜਿਹੜੀ ਤੁਸੀਂ ਲਿਸਟ ਤਿਆਰ ਕਰਕੇ ਰੱਖੀ ਹੈ, ਉਹਨੂੰ ਜਲਦੀ ਤੋਂ ਜਲਦੀ ਪਬਲਿਸ਼ ਕਰਾਇਆ ਜਾਵੇ, ਉਹਦੀ ਐਡਵਰਟਾਈਜ਼ਮੈਂਟ ਕਰਵਾ ਕੇ ਜਿਹੜੇ ਯੋਗ ਉਮੀਦਵਾਰ ਨੇ ਉਹਨਾਂ ਨੂੰ ਭਰਤੀ ਕੀਤਾ ਜਾਵੇ ਤਾਂ ਕਿ ਜਿਹੜਾ ਟ੍ਰੇਨਿੰਗ ਦਾ ਨਿਤ ਦਿਨ ਹੋ ਰਿਹਾ ਹਰਜਾ ਉਹਨੂੰ ਰੋਕਿਆ ਜਾ ਸਕੇ। ਇੱਥੇ ਇੱਕ ਗੱਲ ਮੈਂ ਹੋਰ ਵੀ ਤੁਹਾਨੂੰ ਦੱਸਣੀ ਚਾਹੁੰਦਾ ਵੀ 2009 ਤੋਂ ਲੈ ਕੇ
ਵੱਖ-ਵੱਖ ਸਕੀਮਾਂ ਸਾਡੇ ਡਿਪਾਰਟਮੈਂਟ ਦੇ ਵਿੱਚ ਚੱਲਦੀਆਂ, ਚਾਹੇ ਉਹ PPP ਸਕੀਮ ਹੋਵੇ, ਚਾਹੇ ਉਹ DST ਸਕੀਮ ਹੋਵੇ, ਚਾਹੇ ਉਹ ਵੈਲਫੇਅਰ ਸਕੀਮ ਹੋਵੇ। ਉਹਨਾਂ ਦੇ ਵਿੱਚ ਵੱਖ-ਵੱਖ ਜਿਹੜੇ ਆਊਟਸੋਰਸ ਮੁਲਾਜ਼ਮ ਭਰਤੀ ਕਰੇ ਹੋਏ ਹੈ, ਉਹਨਾਂ ਦੇ ਨਾਲ ਹੀ ਜਿਹੜਾ ਡਿਪਾਰਟਮੈਂਟ ਹੈ ਉਹ ਆਪਣਾ ਮਾੜਾ ਮੋਟਾ ਕੰਮ ਚਲਾ ਰਿਹਾ ਹੈ। ਪਰ ਉਹ ਵੀ ਵਿਚਾਰੇ 14 ਹਜ਼ਾਰ ਤੇ, ਕੋਈ 10,000 ਤੇ, ਕੋਈ 14,000 ਤੇ, ਕੋਈ 15,000 ਤੇ, ਜਿਹੜੇ ਉੱਚ ਕੁਆਲੀਫਾਈਡ ਜਿਹੜੇ ਇੰਸਟ੍ਰਕਟਰ ਨੇ, ਉੱਚ ਯੋਗਤਾ ਪ੍ਰਾਪਤ ਇੰਸਟ੍ਰਕਟਰ ਨੇ, ਉਹ ਵਿਚਾਰੇ ਉਹ ਨਗੂਣੀਆਂ ਤਨਖਾਹਾਂ ਦੇ ਉੱਤੇ ਕੰਮ ਕਰਨ ਦੇ ਲਈ ਮਜਬੂਰ ਹੈ। ਔਰ ਜੇ ਸਰਕਾਰ ਜਿਹੜੀਆਂ ਇਹ ਇੰਸਟ੍ਰਕਟਰਾਂ ਦੀਆਂ ਜਿਹੜੀਆਂ ਭਰਤੀ ਕੱਢਦੀ ਹੈ ਜਾਂ ਵੱਖ-ਵੱਖ ਕੈਟਾਗਰੀ ਦੀ ਜਿਹੜੀ ਭਰਤੀ ਕੱਢਦੀ ਹੈ, ਤਾਂ ਬਹੁਤ ਸਾਰੇ ਜਿਹੜੇ ਇੰਸਟ੍ਰਕਟਰ ਜਿਹੜੇ ਆਲਰੇਡੀ ਇਸ ਮਹਿਕਮੇ ਦੇ ਵਿੱਚ 2009 ਤੋਂ ਰਜਿਸਟਰ ਕਰ ਰਹੇ ਆ, ਉਹਨਾਂ ਨੂੰ ਵੀ ਮੌਕਾ ਮਿਲ ਸਕਦਾ, ਕਿਉਂਕਿ ਉਹ 15 ਸਾਲ ਤੋਂ 14 ਸਾਲ ਤੋਂ ਇਸ ਮਹਿਕਮੇ ਵਿੱਚ ਲੱਗੇ ਹੋਏ ਆ ਤੇ ਉਹਨਾਂ ਦੇ ਵਿਚਾਰੇ ਓਵਰਏਜ ਹੋ ਰਹੇ, ਉਹਨਾਂ ਦੀ ਉਮਰ ਲੰਘਦੀ ਜਾ ਰਹੀ ਹੈ। ਦੱਸ ਰਹੇ ਹੋ ਗੜਬੜ ਕਿੱਥੇ ਆ? ITI ਸੰਸਥਾਵਾਂ ਚੱਲ ਕਿਵੇਂ ਨੇ ਰਹੀਆਂ ਤਰੀਕੇ ਦੇ ਨਾਲ? ਕਿ ਇਹ ਤਾਂ ਨਹੀਂ ਕਿ ਪੁਰਾਣੀ ਸਰਕਾਰ ਨੇ ਜੋ ਕੀਤਾ ਉਹ ਠੀਕ ਹੀ ਫੈਸਲਾ ਨਹੀਂ ਸੀ, ਇਸ ਕਰਕੇ ਅਸੀਂ ਧਿਆਨ ਹੀ ਨਹੀਂ ਦੇਣਾ ਇਸ ਪਾਸੇ, ਇਹ ਕਾਰਨ ਹੈ? ਜਾਂ ਦੂਜੀ ਗੱਲ ਇੱਕ ਹੋਰ, ਸਿੱਖਿਆ ਮੰਤਰੀ ਜਿਹੜੇ ਹੈਗੇ ਆਪਣੇ ਇਸੇ ਮਹਿਕਮੇ ਦੇ, ਉਹ ਤਾਂ ਹਰਜੋਤ ਸਿੰਘ ਬੈਂਸ ਇਹ ਦਾਅਵਾ ਕਰਦੇ ਆ ਕਿ ਕ੍ਰਾਂਤੀ ਅਸੀਂ ਲੈ ਕੇ ਆਏ ਹਾਂ ਸਿੱਖਿਆ ਦੇ ਖੇਤਰ 'ਚ, ਪਹਿਲਾਂ ਤਾਂ ਬਸ ਬੁੱਤਾ ਸਾਰਿਆ ਜਾ ਰਿਹਾ ਸੀ। ਦੇਖੋ ਜੀ, ਮਨ ਪਰਚਾਵਾ ਕਰਨ ਨੂੰ ਤਾਂ ਕੋਈ ਵੀ ਤੁਸੀਂ ਬਿਆਨਬਾਜ਼ੀ ਕਰ ਸਕਦੇ ਹੋ। ਹਾਂ ਠੀਕ ਹੈ, ਮੌਜੂਦਾ ਹਕੂਮਤ ਦੇ ਚੁਟਕਲਿਆਂ ਦੇ ਵਿੱਚ ਹਾਸਾ ਤਾਂ ਹੈ, ਪਰ ਮੌਜੂਦਾ ਸਰਕਾਰ ਦੇ ਦਾਅਵਿਆਂ ਦੇ ਵਿੱਚ ਸੱਚਾਈ ਕੋਈ ਨਹੀਂ ਹੈ। ਕਿਉਂਕਿ ਤੁਸੀਂ ਦੇਖ ਲਓ, ਜੇ ਸਰਕਾਰ ਧਿਆਨ ਦੇਵੇ, ਇਸ ਪਾਸੇ ਧਿਆਨ ਦੇਵੇ, ਮੈਂ ਕਹਿੰਦਾ ਬਹੁਤ ਵੱਡਾ ਪੁੰਨ ਹੈ ਜੀ ਬੱਚਿਆਂ ਦਾ। ਜਿਹੜੇ ਗਰੀਬ ਘਰਾਂ ਦੇ ਜਿਹੜੇ ਬੱਚੇ, ਜਿਹੜੇ ਪਰਿਵਾਰ ਡਿਗਰੀ ਨਹੀਂ ਕਰਵਾ ਸਕਦੇ, ਡਿਪਲੋਮਾ ਨਹੀਂ ਕਰਵਾ ਸਕਦੇ, ਉਹ ਮੱਧ ਵਰਗੀ ਪਰਿਵਾਰ, ਗਰੀਬ ਪਰਿਵਾਰਾਂ ਦੇ ਬੱਚੇ, ਉਹ ITI ਦੇ ਵੱਲ ਰੁੱਖ ਕਰਦੇ ਆ। ਜਦੋਂ ITI ਦੇ ਵਿੱਚ ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ, ਉਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ, ਉਹ ਜਵਾਨੀ ਤਾਂ ਤਬਾਹ ਹੋਣ ਦੇ ਕੰਢੇ ਹੈ। ਔਰ ਇਹ ਗੱਲ ਵੀ ਜਿਹੜੀ ਸਪਸ਼ਟ ਹੈ ਕਿ ਇਹ ਬੱਚੇ ਜਿਹੜੇ, ਜੇ ਇਹ ਜਿਹੜੀ ਨਵੇਲੀ ਉਮਰ ਦੇ ਬੱਚੇ ਆ, 18 ਸਾਲ ਦੇ, 20 ਸਾਲ ਦੇ, 22 ਸਾਲ ਦੀ, ਇਹ ਜਿਹੜੀ ਜਵਾਨੀ ਹੈ, ਜੇ ਇਹਨੂੰ ਕੁਰਾਹੇ ਪੈਣ ਤੋਂ ਜੇ ਰੋਕਣਾ ਸਹੀ ਮਾਇਨਿਆਂ ਦੇ ਵਿੱਚ, ਤਾਂ ਉਹਨਾਂ ਨੂੰ ਇਹ ਜਿਹੜਾ ਟੈਕਨੀਕਲ ਐਜੂਕੇਸ਼ਨ ਹੈਗੀ, ਜਿਹੜਾ ਸਕਿੱਲ ਟ੍ਰੇਨਿੰਗ ਉਹਨਾਂ ਨੂੰ ਦੇਣਾ ਬਹੁਤ ਜ਼ਰੂਰੀ ਹੈ। ਉਹਨਾਂ ਦਾ ਧਿਆਨ ਇਸ ਪਾਸੇ ਲਾਉਣਾ ਬਹੁਤ ਜ਼ਰੂਰੀ ਹੈ। ਮੰਤਰੀ ਸਾਹਿਬ ਨੂੰ ਇਸ ਪਾਸੇ ਬਿਲਕੁਲ ਧਿਆਨ ਦੇਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ, ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਮੰਤਰੀ ਸਾਹਿਬ ਸਕੂਲ ਐਜੂਕੇਸ਼ਨ ਵੱਲ ਤਾਂ ਧਿਆਨ ਦਿੰਦੇ ਹੋਣਗੇ, ਜਿਵੇਂ ਜਿਵੇਂ ਆਪਾਂ ਤੁਹਾਡੇ ਰਾਹੀਂ, ਮੀਡੀਆ ਦੇ ਰਾਹੀਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਹੁਣ ਜੀ ਪ੍ਰਿੰਸੀਪਲ ਚਲੇ ਗਏ ਜੀ ਸਿੰਗਾਪੁਰ ਨੂੰ, ਹੁਣ ਹੈਡਮਾਸਟਰ ਚਲੇ ਗਏ ਜੀ, ਹੁਣ ਫਲਾਣੇ ਚਲੇ ਗਏ ਜੀ। ਕਦੇ ਤੁਸੀਂ ਸੁਣਿਆ ਕਿ ਕਦੇ ITI ਦੇ ਟੈਕਨੀਕਲ ਐਜੂਕੇਸ਼ਨ ਦਾ ਜਿਹੜਾ ਬਹੁਤ ਵੱਡਾ ਇਸ ਸਮਾਜ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਸ ਡਿਪਾਰਟਮੈਂਟ ਦਾ, ਜੇ ਇਸ ਵੱਲ ਕਦੇ ਮੰਤਰੀ ਸਾਹਿਬ ਨੇ ਧਿਆਨ ਦਿੱਤਾ? ਦਿੰਦੇ ਹੀ ਨਹੀਂ। ਮੈਂ ਤੁਹਾਨੂੰ ਇਹ ਵੀ ਗੱਲ ਦਾਅਵੇ ਨਾਲ ਕਹਿਣਾ ਕਿ ਪਿਛਲੇ ਅਸੀਂ 6 ਮਹੀਨੇ ਤੋਂ ਮੰਤਰੀ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਨੂੰ ਜਥੇਬੰਦਕ ਤੌਰ ਤੇ ਅਸੀਂ ਰਿਕੁਐਸਟ ਕਰਦੇ ਆ ਰਹੇ, ਬੇਸ਼ੁਮਾਰ ਮੇਲਸ ਕੀਤੀਆਂ, ਬੇਸ਼ੁਮਾਰ WhatsApp ਮੈਸੇਜ, ਵੱਖ-ਵੱਖ ਜਰੀਏ ਰਾਹੀਂ, ਵੱਖ-ਵੱਖ ਤਰੀਕਿਆਂ ਦੇ ਨਾਲ, ਵਸੀਲਿਆਂ ਦੇ ਨਾਲ ਮੰਤਰੀ ਸਾਹਿਬ, ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮਹਿਕਮੇ ਦੇ ਵਿੱਚ ਹੋ ਰਹੀ ਕਰਪਸ਼ਨ, ਮਹਿਕਮੇ ਦੇ ਵਿੱਚ ਹੋ ਰਿਹਾ ਫਰਜ਼ੀਵਾੜਾ, ਮਹਿਕਮੇ ਦੇ ਵਿੱਚ ਹੋ ਰਹੀ ਟ੍ਰੇਨਿੰਗ ਦੀ ਜਿਹੜੀ ਹਰਜਾ ਹੈ, ਔਰ ਮਹਿਕਮੇ ਦੀ ਜਿਹੜੀ ਟ੍ਰੇਨਿੰਗ ਦੀ ਅਣਦੇਖੀ ਹੈ, ਉਹਦੇ ਬਾਰੇ ਅਸੀਂ ਸਾਰੇ ਤੱਥ ਮੰਤਰੀ ਸਾਹਿਬ ਕੋਲ, ਮੁੱਖ ਮੰਤਰੀ ਸਾਹਿਬ ਪੇਸ਼ ਕਰਨ ਦੇ ਲਈ ਅਸੀਂ ਮੰਗ ਕਰਦੇ ਆ ਰਹੇ ਸਮੇਂ ਦੀ। ਪਰ ਮਹਿਕਮੇ ਮੰਤਰੀ ਸਾਹਿਬ ਨੇ ਔਰ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਅੱਜ ਤੱਕ 6 ਮਹੀਨੇ ਦੇ ਵਿੱਚ ਮਿਲਣ ਦਾ ਸਮਾਂ ਨਹੀਂ ਦਿੱਤਾ, ਮੀਟਿੰਗ ਦਾ ਕੋਈ ਸਮਾਂ ਨਹੀਂ ਦਿੱਤਾ। ਹੁਣ ਅਸੀਂ ਜਾਈਏ ਤੇ ਜਾਈਏ ਕਿੱਥੇ? ਇਹ ਸਰਕਾਰ ਨੂੰ ਇਸ ਵੱਲ ਉਚੇਚੇ ਤੌਰ ਤੇ ਧਿਆਨ ਦੇਣ ਦੀ ਲੋੜ ਹੈ, ਤਾਂ ਹੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ। ਨਹੀਂ ਤਾਂ ਜਵਾਨੀ ਕੋਈ ਗੈਂਗਸਟਰ ਬਣ ਰਿਹਾ, ਕੋਈ ਨਸ਼ਿਆਂ ਦੇ ਵਿੱਚ ਪੈ ਰਿਹਾ, ਕੋਈ ਟੀਕਾ ਲਾ ਰਿਹਾ, ਕੋਈ ਚੋਰੀ ਕਰ ਰਿਹਾ, ਕੋਈ ਠੱਗੀ ਮਾਰ ਰਿਹਾ, ਕੋਈ ਕੁਛ ਕਰ ਰਿਹਾ, ਬੇਈਮਾਨੀ ਕਰ ਰਿਹਾ, ਇਹ ਜਵਾਨੀ ਤਬਾਹ ਹੋ ਜਾਣੀ ਹੈ। ਇਹ ਮੈਨੂੰ ਲੱਗਦਾ ਹੈ ਜੇ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਪੰਜਾਬ ਦੇ ਹਾਲਾਤ ਆਉਣ ਵਾਲੇ 5 ਸਾਲ ਦੇ ਵਿੱਚ ਬਹੁਤ ਵਿਸਫੋਟਕ ਸਥਿਤੀ ਦੇ ਵਿੱਚ ਪਹੁੰਚ ਜਾਣਗੇ। ਜੀ ਬਹੁਤ ਸ਼ੁਕਰੀਆ। ਥੈਂਕ ਯੂ। ਇਹ ਸਨ ਸਾਡੇ ਨਾਲ ITI ਸੰਸਥਾ ਦੇ ਜਿਹੜੇ EMPLOYEES ਯੂਨੀਅਨ ਹੈ, ਪੰਜਾਬ ਪ੍ਰਧਾਨ ਸ਼ਮਸ਼ੇਰ ਪੁਰਖਿਆਲਵੀ, ਜਿਨ੍ਹਾਂ ਨੇ ਆਪਣੀ ਗੱਲ ਰੱਖੀ, ਆਪਣੇ ਵਿਚਾਰ ਸਾਂਝੇ ਕੀਤੇ ਨੇ। ਸਮੱਸਿਆ ਕਿੱਥੇ ਖੜੀ ਹੈ? ITI ਸੰਸਥਾਵਾਂ ਬੰਦ ਹੋਣ ਕਿਨਾਰੇ ਨੇ, ਧਿਆਨ ਨਹੀਂ ਦਿੱਤਾ ਜਾ ਰਿਹਾ। ਜੇਕਰ ਇਹ ਬੰਦ ਹੁੰਦੀਆਂ ਨੇ ਤਾਂ ਨੁਕਸਾਨ ਕਿੰਨਾ ਵੱਡੇ ਪੱਧਰ ਦੇ ਉੱਤੇ ਪੰਜਾਬ ਦਾ ਹੋ ਸਕਦਾ ਹੈ, ਇਹ ਸਾਰੀ ਗੱਲ ਸਾਹਮਣੇ ਰੱਖ ਦਿੱਤੀ ਗਈ ਹੈ। ਹੁਣ ਦੇਖਦੇ ਹਾਂ, ਕੰਮ ਤਾਂ ਸਰਕਾਰ ਦਾ, ਮੰਤਰੀ ਦਾ, ਮਹਿਕਮੇ ਦਾ, ਇਸ ਵੱਲ ਧਿਆਨ ਕਿੰਨਾ ਕੁ ਦਿੱਤਾ ਜਾਂਦਾ ਤੇ ਕਦੋਂ ਇਸ ਸਮੱਸਿਆ ਨੂੰ ਹੱਲ ਕੀਤਾ ਜਾਂਦਾ। ਫਿਲਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।